ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਹਾਂ ਕਮਰ ਸੰਧੂ। ਅੱਜ ਦੇ ਸ਼ੋਅ ਦੀ ਓਵਰਵਿਊ 'ਚ ਤੁਹਾਡਾ ਸਭ ਦਾ ਸਵਾਗਤ। ਅੱਜ ਦੋ ਮਸਲਿਆਂ ਦਾ ਮੈਂ ਵਿਸ਼ਲੇਸ਼ਣ ਕਰੂੰਗਾ। ਪਹਿਲੋਂ ਭਾਰਤੀ ਮੂਲ ਦੇ ਰਿਸ਼ੀ ਸੁਨਕ, ਜਿਨ੍ਹਾਂ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ। ਉਹ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਉਹ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਨੇ। ਕੀ ਹੈ ਰਿਸ਼ੀ ਸੁਨਕ ਦਾ ਪਰਿਵਾਰਿਕ ਬੈਕਗਰਾਊਂਡ? ਕਿਹੋ ਜਿਹੀਆਂ ਚੁਣੌਤੀਆਂ ਹਨ ਨਵੇਂ ਪ੍ਰਧਾਨ ਮੰਤਰੀ ਦੇ ਸਾਹਮਣੇ? ਇਸ ਅਹਿਮ ਨਿਯੁਕਤੀ ਦਾ ਭਾਰਤ ਅਤੇ ਯੂਕੇ ਦਰਮਿਆਨ ਇਹਨਾਂ ਰਿਸ਼ਤਿਆਂ ਉੱਪਰ ਕੀ ਅਸਰ ਪੈ ਸਕਦਾ ਵਾ? ਇਸ ਤੋਂ ਇਲਾਵਾ ਮੈਂ ਇੱਕ ਸਿੱਖ ਇਤਿਹਾਸ ਨਾਲ ਜੁੜੇ ਬਹੁਤ ਹੀ ਅਹਿਮ ਘਟਨਾ ਬਾਰੇ ਵੀ ਜ਼ਿਕਰ ਕਰੂੰਗਾ। ਤੁਹਾਡੇ 'ਚੋਂ ਬਹੁਤ ਸਾਰਿਆਂ ਨੇ ਪਾਕਿਸਤਾਨ ਸਥਿਤ ਥਾਂ ਪੰਜਾ ਸਾਹਿਬ ਬਾਰੇ ਤਾਂ ਜ਼ਰੂਰ ਸੁਣਿਆ ਹੋਊਗਾ। ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥ ਨਾਲ ਇੱਕ ਪੱਥਰ ਦੀ ਚਟਾਨ ਨੂੰ ਆਪਣੇ ਉੱਪਰ ਤੋਂ ਡਿੱਗਣ ਤੋਂ ਰੋਕਿਆ ਸੀ। ਉਸ ਪੱਥਰ 'ਚ ਉਹਨਾਂ ਦਾ ਹੱਥ ਦਾ ਨਿਸ਼ਾਨ ਅੱਜ ਵੀ ਮੌਜੂਦ ਹੈ। ਪਰ ਬਹੁਤ ਸਾਰਿਆਂ ਨੇ, ਖਾਸ ਕਰਕੇ ਨਵੀਂ ਪੀੜ੍ਹੀ ਨੇ 1922 'ਚ ਬੀਤਿਆ ਸਾਕਾ ਪੰਜਾ ਸਾਹਿਬ ਬਾਰੇ ਸ਼ਾਇਦ ਨਾ ਸੁਣਿਆ ਹੋਵੇ। ਕੀ ਹੈ ਸਾਕਾ ਪੰਜਾ ਸਾਹਿਬ ਦਾ ਦਰਦਨਾਕ ਵਾਕਿਆ, ਜਿਸ ਨੂੰ ਪੂਰੇ 100 ਸਾਲ ਹੋਣ ਜਾ ਰਹੇ ਹਨ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਨੂੰ ਕਿਵੇਂ ਯਾਦ ਕਰਨ ਜਾ ਰਹੀ ਹੈ? ਪਰ ਪਹਿਲਾਂ, ਕੀ ਹੈ ਗ੍ਰੇਟ ਬ੍ਰਿਟਨ ਦੇ PM ਰਿਸ਼ੀ ਸੁਨਕ ਦਾ ਪਰਿਵਾਰਿਕ ਬੈਕਗਰਾਊਂਡ? ਦੀਵਾਲੀ ਵਾਲੇ ਦਿਨ ਇੱਕ ਨਵਾਂ ਇਤਿਹਾਸ, ਦੁਨੀਆ ਦਾ ਇੱਕ ਇਤਿਹਾਸ ਜਿਹੜਾ ਵਾ ਉਹ ਰਚਿਆ ਗਿਆ। ਬਰਤਾਨੀਆ ਦੇ 210 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਭਾਰਤੀ ਮੂਲ ਦਾ ਇੱਕ ਸਿਆਸੀ ਲੀਡਰ ਜਿਹੜਾ ਵਾ ਉਹ ਉੱਥੋਂ ਦਾ ਪ੍ਰਧਾਨ ਮੰਤਰੀ ਬਣਿਆ, ਔਰ ਉਹ ਵੀ ਇਮੀਗ੍ਰੈਂਟ, ਜਿਹੜਾ 60 ਸਾਲ ਪਹਿਲੋਂ ਗ੍ਰੇਟ ਬ੍ਰਿਟਨ ਦੇ ਵਿੱਚ ਬਾਹਰੋਂ ਦੂਜੇ ਮੁਲਕ ਤੋਂ ਆਏ ਸਨ। ਹੁਣ ਤੱਕ ਜਿਹੜੇ 56 ਪ੍ਰਧਾਨ ਮੰਤਰੀ ਰਹੇ ਨੇ, ਉਹਨਾਂ 'ਚੋਂ ਭਾਰਤੀ ਮੂਲ ਦਾ ਕੋਈ ਨਹੀਂ ਸੀ। ਔਰ 57ਵੇਂ ਰਿਸ਼ੀ ਸੁਨਕ ਜਿਹੜੇ ਨੇ ਉਹ ਹੁਣ ਇੰਡੀਅਨ ਬੈਕਗਰਾਊਂਡ, ਇੰਡੀਆ ਨਾਲ ਸੰਬੰਧ ਰੱਖਦੇ ਨੇ। ਇਸ ਜਿਹੜੀ ਡਿਵੈਲਪਮੈਂਟ ਆ, ਇਹਦੇ ਕਰਕੇ ਬਹੁਤ ਸਾਰੇ ਦੱਖਣੀ ਏਸ਼ੀਆ ਦੇ, ਸਾਊਥ ਏਸ਼ੀਆ ਦੇ ਲੋਕ ਪਾਕਿਸਤਾਨ 'ਚ, ਇੰਡੀਆ 'ਚ ਬਹੁਤ ਭਾਵੁਕ ਹੋ ਰਹੇ ਨੇ। ਔਰ ਇਹ ਸੁਭਾਵਿਕ ਵੀ ਆ, ਕਿਉਂਕਿ 75 ਸਾਲ ਪਹਿਲੋਂ ਅੰਗਰੇਜ਼ ਸਾਡੇ 'ਤੇ ਇੱਥੇ ਰਾਜ ਕਰਕੇ ਗਏ ਸੀ। ਔਰ ਹੁਣ ਸਾਡੇ 'ਚੋਂ ਇੱਕ ਸ਼ਖਸ ਜਿਹੜਾ ਵਾ, ਇੱਥੋਂ ਦਾ ਜਿਹਦਾ ਬੈਕਗਰਾਊਂਡ ਆ, ਉਹ ਉੱਥੋਂ ਦਾ ਪ੍ਰਧਾਨ ਮੰਤਰੀ ਬਣ ਜਾ ਰਿਹਾ। ਬਹੁਤ ਵੱਡੀ ਗੱਲ ਆ, ਬਹੁਤ ਵੱਡੀ ਅਚੀਵਮੈਂਟ ਆ। ਔਰ ਇਸੇ ਕਰਕੇ ਹੀ ਸਾਰੀਆਂ ਅਖਬਾਰਾਂ ਦੇ ਵਿੱਚ ਕਈ ਤਰੀਕਿਆਂ ਦੇ ਵਿਅੰਗ ਵੀ ਕੱਸੇ ਗਏ ਆ, ਕਈ ਤਰੀਕਿਆਂ ਦੇ ਲੇਖ ਲਿਖੇ ਗਏ ਆ। ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਦੂਸਰੀ ਗੱਲ ਇਹ ਆ ਕਿ ਗ੍ਰੇਟ ਬ੍ਰਿਟਨ ਜਿਹੜਾ ਵਾ ਪ੍ਰਾਈਮਰੀਲੀ ਇੱਕ ਕ੍ਰਿਸਚੀਅਨ ਮੁਲਕ ਆ। ਔਰ ਰਿਸ਼ੀ ਸੁਨਕ ਜਿਹੜੇ ਨੇ ਉਹ ਹਿੰਦੂ ਸਮਾਜ, ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੇ ਨੇ। ਜਿਸ ਵੇਲੇ 2015 ਦੇ ਵਿੱਚ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣੇ, ਉਸ ਵੇਲੇ ਜਦੋਂ ਹਾਊਸ ਆਫ ਕਾਮਨਸ ਦੀ ਵਾਸਤੇ ਉਹਨਾਂ ਨੇ ਸਹੁੰ ਚੁੱਕੀ ਸੀ, ਤਾਂ ਉਹਨਾਂ ਨੇ ਭਗਵਦ ਗੀਤਾ 'ਤੇ ਆਪਣਾ ਹੱਥ ਰੱਖ ਕੇ ਸਹੁੰ ਉਸ ਵੇਲੇ ਚੁੱਕੀ ਸੀ। 7 ਸਾਲਾਂ ਦੇ ਵਿੱਚ ਪਹਿਲੋਂ ਮੈਂਬਰ ਪਾਰਲੀਮੈਂਟ ਬਣੇ, ਫਿਰ ਉਸ ਤੋਂ ਬਾਅਦ ਉਹ ਚਾਂਸਲਰ ਆਫ ਐਕਸਚੈਕਰ ਬਣੇ, ਚੀਫ ਸੈਕਟਰੀ ਟ੍ਰੈਜਰੀ ਦੇ ਬਣੇ, ਔਰ ਹੁਣ ਪ੍ਰਧਾਨ ਮੰਤਰੀ। ਕਮਾਲ ਹੋ ਗਈ। ਔਰ ਇਹਨਾਂ ਦਾ ਬੈਕਗਰਾਊਂਡ ਜਿਹੜਾ ਵਾ ਉਹ ਪਾਕਿਸਤਾਨ ਔਰ ਇੰਡੀਆ ਦੇ ਨਾਲ ਸੰਬੰਧ ਰੱਖਦਾ ਵਾ। ਉਹਨਾਂ ਦੇ ਜਿਹੜੇ ਪੜਦਾਦਾ ਸੀ ਰਾਮਦਾਸ ਸੁਨਕ, ਉਹ ਗੁਜਰਾਂਵਾਲਾ ਦੇ ਵਿੱਚ, ਪਾਕਿਸਤਾਨ ਜੋ ਹੈ, ਉੱਥੇ ਰਹਿੰਦੇ ਸੀ। ਉੱਥੋਂ ਕਰੀਬ 1935 ਦੇ ਵਿੱਚ ਉਹ ਨੈਰੋਬੀ ਕੀਨੀਆ ਗਏ, ਔਰ ਉੱਥੋਂ ਕਰੀਬ 1960 ਦੇ ਨੇੜੇ ਤੇੜੇ ਉਹ ਗ੍ਰੇਟ ਬ੍ਰਿਟਨ ਸ਼ਿਫਟ ਕਰਦੇ। ਇਸੇ ਤਰ੍ਹਾਂ ਉਹਨਾਂ ਦੇ ਜਿਹੜਾ ਪੜਨਾਨਾ ਵਾ ਰਘਬੀਰ ਬੇਰੀ, ਉਹ ਜੱਸੋਵਾਲ ਸੂਦਨ ਪਿੰਡ ਲੁਧਿਆਣੇ ਦੇ ਵਿੱਚ ਆ, ਉੱਥੇ ਰਹਿੰਦੇ ਸੀ। ਉੱਥੋਂ ਤੰਜ਼ਾਨੀਆ ਗਏ, ਤੰਜ਼ਾਨੀਆ ਤੋਂ ਫਿਰ 1960 ਦੇ ਨੇੜੇ ਤੇ ਉਹ ਗ੍ਰੇਟ ਬ੍ਰਿਟਨ ਦੇ ਵਿੱਚ ਪਹੁੰਚ ਗਏ। ਔਰ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਡਾਕਟਰ ਯਸ਼ਵੀਰ ਸੁਨਕ, ਡਾਕਟਰ, ਉਹਨਾਂ ਦੀ ਮਾਤਾ ਊਸ਼ਾ ਸੁਨਕ ਫਾਰਮਾਸਿਸਟ। ਔਰ ਇਹਨਾਂ ਦੇ ਘਰ ਰਿਸ਼ੀ ਸੁਨਕ ਨੇ 1980 ਦੇ ਵਿੱਚ ਜਨਮ ਲਿਆ ਸੀ। ਪੰਜਾਬੀ ਖੱਤਰੀ ਪਰਿਵਾਰ ਤੋਂ ਹਨ। ਔਰ ਇਹਨਾਂ ਦੀ ਸ਼ਾਦੀ ਜਿਹੜੀ ਆ ਉਹ ਅਕਸ਼ਤਾ ਮੂਰਤੀ ਨਾਲ ਹੋਈ ਆ। ਨਾਰਾਇਣ ਮੂਰਤੀ ਜਿਹੜੇ ਇਨਫੋਸਿਸ ਦੇ ਫਾਊਂਡਰ ਨੇ, ਉਹਨਾਂ ਦੀ ਉਹ ਬੇਟੀ ਆ। ਔਰ ਅਕਸ਼ਤਾ ਔਰ ਰਿਸ਼ੀ ਦੋਵੇਂ ਸਟੈਨਫੋਰਡ ਦੇ ਵਿੱਚ MBA ਕਰ ਰਹੇ ਸਨ। ਉਸ ਵੇਲੇ ਇਹਨਾਂ ਦੀ ਮੁਲਾਕਾਤ ਹੋਈ ਔਰ ਇਹਨਾਂ ਦੀ ਫਿਰ ਉਸ ਤੋਂ ਬਾਅਦ ਸ਼ਾਦੀ ਹੋਈ। ਰਿਸ਼ੀ ਸੁਨਕ ਅਤੇ ਉਹਨਾਂ ਦੀ ਵਾਈਫ ਅਕਸ਼ਤਾ ਜਿਹੜੇ ਨੇ ਉਹ ਬਹੁਤ ਅਮੀਰ ਲੋਕਾਂ ਦੇ ਵਿੱਚ, ਜਿਹੜੇ 220 ਜਾਂ 225 ਸਭ ਤੋਂ ਜ਼ਿਆਦਾ ਅਮੀਰ ਲੋਕ ਨੇ,
ਉਹਨਾਂ ਦੇ ਵਿੱਚ ਇੱਕ ਨੇ ਔਰ ਉਹਨਾਂ ਦੀ ਟੋਟਲ ਜਾਇਦਾਦ ਜਿਹੜੀ ਆ ਉਹਦੀ ਵਰਥ ਦੱਸਦੇ ਆ ਵੀ 730 ਮਿਲੀਅਨ ਪਾਉਂਡ ਦੇ ਕਰੀਬ ਆ। ਸੋ ਮੇਰੇ ਖਿਆਲ ਸ਼ਾਇਦ ਇੰਨਾ ਕੋਈ ਅਮੀਰ ਸਿਆਸੀ ਲੀਡਰ ਇਸ ਤੋਂ ਪਹਿਲਾਂ ਨਹੀਂ ਹੋਇਆ ਹੋਏਗਾ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਤੀਜਾ ਚੇਂਜ ਆਇਆ ਵਾ। ਪਹਿਲਾਂ ਬੋਰਿਸ ਜੌਨਸਨ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਅਸਤੀਫਾ ਦਿੱਤਾ। ਉਸ ਤੋਂ ਬਾਅਦ ਲਿਜ਼ ਟਰੱਸ ਪ੍ਰਧਾਨ ਮੰਤਰੀ ਬਣੇ, ਪਰ ਕੁਝ ਦਿਨ ਹੀ ਰਹੇ ਹੋ ਔਰ ਹੁਣ ਇਸ ਵੇਲੇ ਰਿਸ਼ੀ ਸੁਨਕ ਭਾਰਤੀ ਮੂਲ ਤੋਂ ਨੇ, ਉਹ ਉੱਥੋਂ ਦੇ ਪ੍ਰਧਾਨ ਮੰਤਰੀ ਨੇ। ਬਹੁਤ ਵੱਡੀ ਅਚੀਵਮੈਂਟ ਹੈ। ਪਰ ਹੁਣ ਆਪਾਂ ਨੈਕਸਟ ਇਸ਼ੂ 'ਤੇ ਆਉਂਦੇ ਹਾਂ। ਅਚੀਵਮੈਂਟ ਜ਼ਰੂਰ ਬਹੁਤ ਵੱਡੀ ਆ, ਪਰ ਉਹਨਾਂ ਦੇ ਸਾਹਮਣੇ ਕਿਹੋ ਜਿਹੀਆਂ ਚੁਣੌਤੀਆਂ ਨੇ ਰਿਸ਼ੀ ਸੁਨਕ ਦੇ ਸਾਹਮਣੇ। ਆਮ ਤੌਰ 'ਤੇ ਕੋਈ ਵੀ ਜਦੋਂ ਪ੍ਰਧਾਨ ਮੰਤਰੀ ਬਣਦਾ ਵਾ ਜਾਂ ਮੁਲਕ ਦਾ ਮੁਖੀ ਬਣਦਾ ਵਾ ਤੇ ਉਹਦੇ ਸਿਰ ਦੇ ਉੱਤੇ ਕਾਫੀ ਬੋਝ ਹੁੰਦਾ, ਕਾਫੀ ਚੁਣੌਤੀਆਂ ਹੁੰਦੀਆਂ। ਪਰ ਇਸ ਕੇਸ ਦੇ ਵਿੱਚ ਵਾਕਈ ਇੱਕ ਕੰਡਿਆਂ ਦਾ ਤਾਜ ਉਹਨਾਂ ਦੇ ਸਿਰ ਦੇ ਉੱਪਰ ਹੈ, ਕਿਉਂਕਿ ਉੱਥੋਂ ਦੀ ਗ੍ਰੇਟ ਬ੍ਰਿਟਨ ਦੀ ਆਰਥਿਕ ਹਾਲਤ ਜਿਹੜੀ ਆ, ਜਿਹਦੇ ਕਰਕੇ ਪਿਛਲੇ ਦੋ ਪ੍ਰਧਾਨ ਮੰਤਰੀਆਂ ਨੂੰ, ਦੋਵੇਂ ਕੰਜ਼ਰਵੇਟਿਵ ਪਾਰਟੀ ਤੋਂ ਸਨ, ਉਹਨਾਂ ਨੂੰ ਅਸਤੀਫਾ ਦੇਣਾ ਪਿਆ ਔਰ ਇਸ ਵੇਲੇ ਸਥਿਤੀ ਕਾਫੀ ਗੰਭੀਰ ਹੈ। ਬਹੁਤ ਵੱਡਾ ਆਰਥਿਕ ਸੰਕਟ ਆ ਗ੍ਰੇਟ ਬ੍ਰਿਟਨ ਦੇ ਉੱਪਰ। ਇਹਦੇ 'ਚੋਂ ਕਿਵੇਂ ਰਿਸ਼ੀ ਸੁਨਕ ਨਿਕਲ ਸਕਦੇ ਆ, ਇਹ ਬਹੁਤ ਵੱਡੀ ਚੁਣੌਤੀ ਆ। ਇਸ ਵੇਲੇ ਜਿਹੜਾ ਮਹਿੰਗਾਈ ਦੀ ਦਰ ਹੈ ਉੱਥੋਂ ਦੀ, ਇਨਫਲੇਸ਼ਨ ਰੇਟ, ਉਹ 10% ਤੋਂ ਵੀ ਵੱਧ ਆ। ਤੇਲ ਦੀਆਂ ਕੀਮਤਾਂ ਵਧੀਆਂ ਹੋਈਆਂ ਵਾ, ਖਾਣ ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਨੇ ਔਰ ਲਿਜ਼ ਟਰੱਸ ਇਹਨਾਂ ਤੋਂ ਜਿਹੜਾ ਪਹਿਲਾਂ ਪ੍ਰਧਾਨ ਮੰਤਰੀ ਸਨ, ਉਹਨਾਂ ਨੇ ਟੈਕਸ ਕੱਟਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਨਾਲ ਜਿਹੜਾ ਮਾਰਕੀਟ ਸੀਗੀ, ਫਾਈਨੈਂਸ਼ੀਅਲ ਮਾਰਕੀਟ, ਉਹਦੇ 'ਚ ਉਥਲ ਪੁਥਲ ਆ ਗਈ ਔਰ ਉਹਨਾਂ ਨੂੰ ਅਖੀਰ ਉਹ ਸਥਿਤੀ ਸੰਭਾਲ ਨਾ ਸਕੇ ਔਰ ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਹੁਣ ਦੇਖਦੇ ਹਾਂ ਕਿ ਰਿਸ਼ੀ ਸੁਨਕ ਕੀ ਕਦਮ ਚੁੱਕਦੇ ਆ। ਇਹ ਕਿਉਂਕਿ ਪਹਿਲੋਂ ਟ੍ਰੈਜਰੀ ਦੇ ਚੀਫ ਸੈਕਟਰੀ ਵੀ ਰਹੇ ਆ ਔਰ ਐਕਸਚੈਕਰ ਦੇ ਚਾਂਸਲਰ ਵੀ ਰਹੇ ਆ। ਸੋ ਇਹਨਾਂ ਦਾ ਕਾਫੀ ਐਕਸਪੀਰੀਅੰਸ ਆ, ਇਕਨੋਮਿਕ ਬੈਕਗਰਾਊਂਡ ਵੀ ਆ। ਸੋ ਦੇਖਦੇ ਹਾਂ ਕਿ ਉਹ ਹੁਣ ਕੀ ਨਵੇਂ ਟੈਕਸ ਲਾਉਂਦੇ ਆ ਜਾਂ ਖਰਚੇ ਘਟਾਉਂਦੇ ਆ। ਸੁਣਿਆ ਵਾ ਕਿ 31 ਅਕਤੂਬਰ ਤੋਂ ਪਹਿਲੋਂ ਉਹ ਆਪਣੀ ਕੋਈ ਫਾਈਨੈਂਸ਼ੀਅਲ ਸਟੇਟਮੈਂਟ ਦੇਣਗੇ, ਜੋ ਉਹਨਾਂ ਦਾ ਰੋਡ ਮੈਪ ਆ ਉਹਦੇ ਬਾਰੇ ਆਪਣੇ ਮੁਲਕ ਵਾਸੀਆਂ ਨੂੰ ਦੱਸਣਗੇ। ਆਰਥਿਕ ਸਥਿਤੀ ਸਭ ਤੋਂ ਵੱਡੀ ਚੁਣੌਤੀ ਆ, ਪਰ ਇਹਦੇ ਨਾਲ ਨਾਲ ਹੋਰ ਵੀ 3-4 ਵੱਡੀਆਂ ਚੁਣੌਤੀਆਂ ਨੇ ਰਿਸ਼ੀ ਸੁਨਕ ਦੇ ਸਾਹਮਣੇ। ਪਾਰਟੀ ਦੇ ਵਿੱਚ, ਕਿਉਂਕਿ 2020 ਦੇ ਵਿੱਚ ਜਦੋਂ ਚੋਣਾਂ ਹੋਈਆਂ ਸੀ ਤੇ ਕਰੀਬ 70 ਸੀਟਾਂ ਜ਼ਿਆਦਾ ਕੰਜ਼ਰਵੇਟਿਵਸ ਨੂੰ ਆਈਆਂ ਸੀ। ਸੋ ਇਸ ਵੇਲੇ ਪਾਰਟੀ ਦੇ ਵਿੱਚ ਕਾਫੀ ਡਿਸਯੂਨਿਟੀ ਆ। ਬੋਰਿਸ ਜੌਨਸਨ, ਲਿਜ਼ ਟਰੱਸ, ਰਿਸ਼ੀ ਸੁਨਕ, ਹੋਰ ਵੀ ਲੋਕ ਚਾਹਵਾਨ ਨੇ ਇਸ ਗੱਦੀ ਦੇ। ਸੋ ਇਹ ਕਿਵੇਂ ਪਾਰਟੀ ਨੂੰ ਇਕੱਠਾ ਰੱਖ ਸਕਦੇ ਆ, ਕਿਉਂਕਿ ਜਿਹੜੇ ਅਪੋਜੀਸ਼ਨ ਦੇ ਲੀਡਰ ਨੇ ਉੱਥੇ, ਅਪੋਜੀਸ਼ਨ ਪਾਰਟੀ ਮੇਨਲੀ ਉੱਥੇ ਲੇਬਰ ਪਾਰਟੀ ਆ, ਉਹਦੇ ਲੀਡਰ ਨੇ ਕੀਰ ਸਟਾਰਮਰ, ਉਹ ਵੇਟ ਕਰ ਰਹੇ ਆ ਵੀ ਪਾਰਟੀ ਕਲੈਪਸ ਕਰੇ, ਪਾਰਟੀ ਤੋਂ ਕੰਮ ਨਾ ਹੋ ਚੱਲੇ ਔਰ ਨਵੀਆਂ ਇਲੈਕਸ਼ਨਾਂ ਹੋ ਜਾਣ। ਵੈਸੇ ਇਲੈਕਸ਼ਨਾਂ ਜਿਹੜੀਆਂ ਵਾ ਉਹਨਾਂ ਨੂੰ ਹਾਲੇ ਕਰੀਬ 2.5 ਸਾਲ ਪਏ ਆ। ਜਨਵਰੀ 2025 ਦੇ ਵਿੱਚ ਇਲੈਕਸ਼ਨਸ ਡਿਊ ਨੇ। 5 ਸਾਲ ਦਾ, ਜਿਵੇਂ ਇੰਡੀਆ ਦੇ ਵਿੱਚ 5 ਸਾਲ ਦਾ ਵਕਫਾ ਹੁੰਦਾ, ਇੱਕ ਇਲੈਕਸ਼ਨ ਜਨਰਲ ਇਲੈਕਸ਼ਨ ਦੂਜੀ ਦੇ ਵਿੱਚ, ਹਾਲੇ ਉਹ ਜਨਵਰੀ 2025 'ਚ ਹੋਣੀਆਂ। ਇਸ ਤੋਂ ਇਲਾਵਾ ਇਮੀਗ੍ਰੇਸ਼ਨ, ਪ੍ਰਵਾਸ ਜਿਹੜਾ ਵਾ ਬਹੁਤ ਵੱਡਾ ਇਸ਼ੂ ਆ। ਹਰ ਸਾਲ 30-35 ਹਜ਼ਾਰ ਲੋਕ ਕਿਸ਼ਤੀਆਂ 'ਚ ਬਹਿ ਕੇ, ਜਿਹੜੇ ਅਫਰੀਕਨ ਕੰਟਰੀਜ਼ ਨੇ ਜਾਂ ਯੂਰਪ ਦੇ ਦੂਜੇ ਮੁਲਕ ਨੇ, ਉੱਥੋਂ ਯੂਰਪ ਦੇ ਵਿੱਚ, ਇੰਗਲੈਂਡ ਦੇ ਵਿੱਚ ਪਹੁੰਚਦੇ ਆ। ਔਰ ਪਿੱਛੇ ਜੇ ਬੋਰਿਸ ਜੌਨਸਨ ਨੇ ਇੱਕ ਬਹੁਤ ਵਿਵਾਦਿਕ ਕਦਮ ਚੁੱਕਿਆ ਸੀ। ਉਹਨਾਂ ਨੇ ਰਵਾਂਡਾ ਦੇ ਨਾਲ, ਜੋ ਈਸਟ ਅਫਰੀਕਾ ਦੇ ਵਿੱਚ ਇੱਕ ਮੁਲਕ ਆ, ਲੈਂਡਲੌਕਡ ਮੁਲਕ ਆ, ਪਰ ਉਹ ਵੈਲਕਮ ਕਰਦੇ ਆ ਜੇ ਕੋਈ ਉੱਥੇ ਆਉਣਾ ਚਾਹਵੇ, ਜੇ ਕੋਈ ਅਸਾਈਲਮ ਲੈ ਕੇ ਉੱਥੇ ਆਉਣਾ ਚਾਹਵੇ। ਸੋ ਉਹਦੇ ਨਾਲ ਇਹਨਾਂ ਨੇ ਸਮਝੌਤਾ ਕੀਤਾ ਵੀ ਜਿਹੜੇ ਸਾਡੇ ਕੋਲ ਲੋਕੀ ਆਉਂਦੇ ਆ, ਅਸੀਂ ਇਹਨਾਂ ਨੂੰ ਤੁਹਾਡੇ ਕੋਲ ਜਹਾਜ਼ ਭਰ ਕੇ ਭੇਜ ਦਿਆ ਕਰਾਂਗੇ। ਇਹਦੀ ਬਹੁਤ ਹਿਊਮਨ ਰਾਈਟਸ ਐਕਟਿਵਿਸਟ ਵੱਲੋਂ ਇਹਦੀ ਆਲੋਚਨਾ ਵੀ ਹੋਈ। ਸੋ ਰਿਸ਼ੀ ਸੁਨਕ ਕੀ ਕਦਮ ਚੁੱਕਦੇ ਆ? ਕੀ ਬੋਰਿਸ ਜੌਨਸਨ ਵਾਲਾ ਕਦਮ ਨੂੰ ਇੰਪਲੀਮੈਂਟ ਕਰਨਗੇ ਉਹ, ਜਾਂ ਫਿਰ ਇਹਦੇ 'ਤੇ ਕੋਈ ਨਵੀਂ ਪਾਲਿਸੀ ਬਣਾਉਣਗੇ? ਆਪ ਉਹ ਇਮੀਗ੍ਰੈਂਟ ਨੇ, ਸੋ ਇਮੀਗ੍ਰੈਂਟ ਦੇ ਪੱਖੋਂ ਕਿੰਨੀ ਸਖਤੀ ਕਰ ਸਕਣਗੇ, ਇਹ ਵੀ ਇੱਕ ਬਹੁਤ ਵੱਡਾ ਉਹਨਾਂ ਵਾਸਤੇ ਸਵਾਲ ਹੈ। ਇਸ ਤੋਂ ਇਲਾਵਾ ਆਰਥਿਕ ਹਾਲਤ ਕਰਕੇ ਉੱਥੇ ਲਗਾਤਾਰ ਸਟ੍ਰਾਈਕਸ ਹੋ ਰਹੀਆਂ ਵਾ। ਜਿਹੜੀ ਰੇਲ ਯੂਨੀਅਨ ਆ, ਉਹਨਾਂ ਨੇ ਸਟ੍ਰਾਈਕ ਦੀ ਕਾਲ ਦਿੱਤੀ ਹੋਈ ਆ। ਉੱਥੇ ਕਰੀਬ ਯੂਨੀਵਰਸਿਟੀ, ਜਿਹੜਾ UK ਆ, ਇਹ ਇੱਕ ਐਜੂਕੇਸ਼ਨਲ ਸੈਂਟਰ ਹੈ, ਐਜੂਕੇਸ਼ਨਲ ਹੱਬ ਆ। 150 ਦੇ ਕਰੀਬ ਉੱਥੇ ਯੂਨੀਵਰਸਿਟੀਜ਼ ਆ, ਜਿਹਦੇ ਕਰੀਬ 70 ਤੋਂ 80 ਹਜ਼ਾਰ ਇੰਪਲੋਈਜ਼ ਨੇ। ਉਹਨਾਂ ਨੇ ਵੀ ਸਟ੍ਰਾਈਕ 'ਤੇ ਜਾਣ ਦਾ ਨੋਟਿਸ ਦਿੱਤਾ ਹੋਇਆ ਵਾ। ਇਸ ਤੋਂ ਇਲਾਵਾ ਹੌਸਪੀਟਲਸ, ਪੋਸਟਲ ਡਿਪਾਰਟਮੈਂਟ, ਟੈਲੀਕਾਮ, ਇਹ ਇੰਪਲੋਈਜ਼ ਵੀ, ਇਹਨਾਂ 'ਚ ਵੀ ਬਹੁਤ ਜ਼ਿਆਦਾ ਅਸਥਿਰਤਾ ਵਾ, ਬਹੁਤ ਜ਼ਿਆਦਾ ਅਨਸਰਟਨਟੀ ਆ। ਉਹ ਵੀ ਹੋ ਸਕਦਾ ਅਗਲੇ ਦਿਨਾਂ 'ਚ ਸਟ੍ਰਾਈਕ 'ਤੇ ਜਾਏ। ਇਹਨੂੰ ਕਿਵੇਂ ਮੈਨੇਜ ਕਰਨਗੇ ਰਿਸ਼ੀ ਸੁਨਕ? ਫਿਰ ਡਿਫੈਂਸ ਸਪੈਂਡਿੰਗ
ਗ੍ਰੇਟ ਬ੍ਰਿਟਨ ਕਾਫੀ ਮਦਦ ਯੂਕਰੇਨ ਦੀ ਕਰਦਾ ਰਿਹਾ ਰਸ਼ੀਆ ਦੇ ਖਿਲਾਫ। ਹਾਲਾਂਕਿ ਉੱਥੋਂ ਦੇ ਲੀਡਰਸ ਦਾ ਸਾਰਿਆਂ ਦਾ ਮੰਨਣਾ ਵਾ ਕਿ ਸਾਨੂੰ ਐਕਟਿਵਲੀ ਉੱਥੇ ਇਨਵੋਲਵ ਨਹੀਂ ਹੋਣਾ ਚਾਹੀਦਾ, ਲੇਕਿਨ ਹੁਣ ਤੱਕ ਕਰੀਬ 2.3 ਬਿਲੀਅਨ ਪਾਉਂਡ ਦੀ ਮਦਦ ਯੂਕਰੇਨ ਨੂੰ ਕਰ ਚੁੱਕਾ ਵਾ। ਕੀ ਗਾਂ ਤੋਂ ਵੀ ਜੋ ਆਰਥਿਕ ਹਾਲਤ ਯੂਕੇ ਦੀ ਬਣੀ ਹੋਈ ਹੈ, ਕੀ ਉਹ ਇਸ ਤਰ੍ਹਾਂ ਦੀ ਆਰਥਿਕ ਮਦਦ ਕਰ ਸਕਣਗੇ ਯੂਕਰੇਨ ਦੀ? ਸੋ ਇਹ ਬਹੁਤ ਸਾਰੀਆਂ ਚੁਣੌਤੀਆਂ ਨੇ, ਔਰ ਕੁਝ ਲੋਕਾਂ ਦੀ ਫੀਲਿੰਗ ਹੈ ਕਿ ਸ਼ਾਇਦ ਬਹੁਤੇ ਦੇਰ ਉਹ ਨਹੀਂ ਚੱਲ ਸਕਣਗੇ, ਪਰ ਦੇਖਦੇ ਹਾਂ ਵੀ ਉਹ ਕਿਵੇਂ ਇਹ ਬੈਲੈਂਸਿੰਗ ਐਕਟ ਜਿਹੜੀ ਆ ਉਹ ਕਰ ਪਾਉਂਦੇ ਆ ਜਾਂ ਨਹੀਂ ਕਰ ਪਾਉਂਦੇ। ਇੱਕ ਬਹੁਤ ਵੱਡੀ ਚੁਣੌਤੀ ਆ ਉਹਨਾਂ ਦੇ ਸਾਹਮਣੇ, ਪਰ ਜਿਹੜਾ ਉਹਨਾਂ ਦਾ ਫਾਈਨੈਂਸ਼ੀਅਲ ਬੈਕਗਰਾਊਂਡ ਆ ਸ਼ਾਇਦ ਉਹਦੀ ਮਦਦ ਉਹਨਾਂ ਨੂੰ ਜ਼ਰੂਰ ਹੋਵੇ, ਕਿਉਂਕਿ ਉਹ ਆਪ ਇੱਕ ਵੱਡੀ ਕੰਪਨੀ ਦੇ ਨਾਲ, ਉਹਨਾਂ ਦਾ ਜਿਹੜੇ ਫਾਦਰ ਇਨ ਲਾਅ ਆ ਵੱਡੀ ਕੰਪਨੀ ਨਾਲ ਜੁੜੇ ਹੋਏ ਨੇ, ਉਹਨਾਂ ਦਾ ਆਪਣਾ ਵੀ ਬਹੁਤ ਜ਼ਿਆਦਾ ਬੈਕਗਰਾਊਂਡ ਆ, ਫਾਈਨੈਂਸ਼ੀਅਲ ਬੈਕਗਰਾਊਂਡ, MBA ਦੀ ਪੜ੍ਹਾਈ ਕੀਤੀ ਹੋਈ ਆ। ਸੋ ਦੇਖਦੇ ਹਾਂ ਵੀ ਉਹ ਇਹ ਸਾਰੇ ਕੋਰਸ ਨੂੰ ਕਿਵੇਂ ਸਟੀਅਰ ਕਰਦੇ ਆ ਯੂਕੇ ਨੂੰ। ਨੈਕਸਟ ਇਸ਼ੂ 'ਤੇ ਆਉਂਦੇ ਹਾਂ। ਰਿਸ਼ੀ ਸੁਨਕ ਦੀ ਨਿਯੁਕਤੀ ਦਾ ਭਾਰਤ ਯੂਕੇ ਸੰਬੰਧਾਂ ਉੱਪਰ ਕੀ ਪਵੇਗਾ ਅਸਰ? ਪਿਛਲੇ ਕਈ ਦੇਰ ਤੋਂ ਇੱਕ ਗੱਲਬਾਤ ਹੋ ਰਹੀ ਹੈ ਫ੍ਰੀ ਟ੍ਰੇਡ ਐਗਰੀਮੈਂਟ ਦੀ, ਮੁਫਤ ਵਪਾਰ ਸਮਝੌਤਾ। ਇਹਦੀਆਂ 6-7 ਮੀਟਿੰਗਸ ਵੀ ਹੋਈਆਂ, ਜੁਲਾਈ ਦੇ ਵਿੱਚ ਵੀ ਮੀਟਿੰਗ ਇੱਕ ਹੋਈ ਆ, ਲੇਕਿਨ ਹਾਲੇ ਇਹ ਸਮਝੌਤਾ 'ਤੇ ਦਸਤਖਤ ਹੋ ਨਹੀਂ ਸਕੇ। ਲਿਜ਼ ਟਰੱਸ ਵੀ ਇਸ ਗੱਲਬਾਤ ਦੇ ਵਿੱਚ ਕਾਫੀ ਦਿਲਚਸਪੀ ਲੈਂਦੇ ਰਹੇ ਆ, ਔਰ ਉਹ ਬੜੇ ਕੀਨ ਸੀਗੇ ਕਿ ਇਹ ਸਮਝੌਤਾ ਜਿਹੜਾ ਵਾ ਸਾਈਨ ਕੀਤਾ ਜਾਵੇ। ਹੁਣ ਜਿਹੜੇ ਰਿਸ਼ੀ ਸੁਨਕ ਨੇ ਉਹ ਇਹ ਸਮਝੌਤਾ ਜੋ ਪਹਿਲੋਂ ਹੁਣ ਤੱਕ ਜੋ ਟਰਮਸ ਐਂਡ ਐਗਰੀਮੈਂਟਸ, ਟਰਮਸ ਐਂਡ ਕੰਡੀਸ਼ਨਸ ਜਿਨ੍ਹਾਂ 'ਤੇ ਐਗਰੀਮੈਂਟ ਕੋਈ ਸਹਿਮਤੀ ਬਣੀ ਆ, ਉਹਨਾਂ ਨੂੰ ਅੱਗੇ ਲੈ ਕੇ ਜਾਂਦੇ ਕਿ ਨਹੀਂ ਲੈ ਕੇ ਜਾਂਦੇ, ਕਿਉਂਕਿ ਉਹਨਾਂ ਦੇ ਜਿਹੜੇ ਹੋਮ ਸੈਕਟਰੀ ਨੇ ਜਿਹੜੇ ਸੁਏਲਾ ਬ੍ਰੇਵਰਮੈਨ, ਉਹਨਾਂ ਦੀਆਂ ਕੁਝ ਸਟੇਟਮੈਂਟਸ ਇਹੋ ਜਿਹੀਆਂ ਆਈਆਂ ਵਾ ਜਿੱਥੋਂ ਲੱਗਦਾ ਵਾ ਕਿ ਸ਼ਾਇਦ ਰਿਸ਼ੀ ਸੁਨਕ ਨੂੰ ਔਰ ਬ੍ਰੇਵਰਮੈਨ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਦੇ ਉੱਤੇ ਕੁਝ ਆਪੱਤੀਆਂ ਨੇ। ਉਹਨਾਂ ਦਾ ਖਿਆਲ ਆ ਕਿ ਇਹਦੇ ਨਾਲ ਮਾਈਗ੍ਰੇਸ਼ਨ ਯੂਕੇ ਦੇ ਵਿੱਚ ਵਧੂਗੀ। ਅੱਗੇ ਹੀ ਜਿਹੜੀ ਮਾਈਗ੍ਰੇਸ਼ਨ ਉੱਥੇ ਹੋ ਰਹੀ ਆ ਉਹਦੇ 'ਚ ਬਹੁਤ ਜ਼ਿਆਦਾ ਨਜਾਇਜ਼ ਇਲੀਗਲ ਇਮੀਗ੍ਰੈਂਟਸ ਜਿਹੜੇ ਨੇ ਉਹ ਭਾਰਤੀ ਮੂਲ ਦੇ ਨੇ। ਸੋ ਉਹਨਾਂ ਦਾ ਮੰਨਣਾ ਵਾ ਕਿ ਇਹ ਫ੍ਰੀ ਟ੍ਰੇਡ ਐਗਰੀਮੈਂਟ ਨਾਲ ਮਾਈਗ੍ਰੇਸ਼ਨ ਹੋਰ ਵਧੂਗੀ। ਸੋ ਇਹ ਗ੍ਰੇਟ ਬ੍ਰਿਟਨ ਦੇ ਇੰਟਰਸਟ ਦੇ ਵਿੱਚ ਨਹੀਂ। ਰਿਸ਼ੀ ਸੁਨਕ ਦਾ ਮੰਨਣਾ ਵਾ ਕਿ 2-ਵੇ ਐਕਸਚੇਂਜ ਹੋਣਾ ਚਾਹੀਦਾ, 1-ਵੇ ਐਕਸਚੇਂਜ ਨਹੀਂ ਹੋਣਾ ਚਾਹੀਦਾ। ਉਹਨਾਂ ਦਾ ਮੰਨਣਾ ਵਾ ਵੀ ਜਿਹੜੀ ਫ੍ਰੀ ਟ੍ਰੇਡ ਐਗਰੀਮੈਂਟ ਸਾਈਨ ਹੋ ਰਹੀ ਆ ਇਹਦਾ ਇੰਡੀਆ ਨੂੰ ਜ਼ਿਆਦਾ ਫਾਇਦਾ ਵਾ, ਗ੍ਰੇਟ ਬ੍ਰਿਟਨ ਨੂੰ ਫਾਇਦਾ ਨਹੀਂ। 2-ਵੇ ਐਕਸਚੇਂਜ ਹੋਣਾ ਚਾਹੀਦਾ। ਇੰਡੀਆ ਦੇ ਵਿੱਚ ਵੀ ਯੂਕੇ ਦੇ ਸਟੂਡੈਂਟਸ ਆ ਕੇ ਪੜ੍ਹਨ, ਇੱਥੇ ਯੂਕੇ ਦੀਆਂ ਕੰਪਨੀਆਂ ਆ ਕੇ ਇੰਡੀਆ 'ਚ ਇਨਵੈਸਟ ਕਰਨ। ਹੁਣ ਪਤਾ ਨਹੀਂ ਉੱਥੋਂ ਯੂਕੇ ਦੇ ਸਟੂਡੈਂਟਸ ਇੰਡੀਆ ਜਾ ਕੇ ਪੜ੍ਹਨਾ ਚਾਹੁੰਦੇ ਆ ਕਿ ਨਹੀਂ, ਇੱਥੋਂ ਜ਼ਰੂਰ ਜਾਣਾ ਚਾਹੁੰਦੇ ਉੱਥੇ। ਸੋ ਦੇਖਦੇ ਹਾਂ ਕਿ ਇਹ ਫ੍ਰੀ ਟ੍ਰੇਡ ਐਗਰੀਮੈਂਟ ਉੱਪਰ ਸਮਝੌਤਾ ਕਿਸ ਪਾਸੇ ਨੂੰ ਤੁਰਦਾ ਵਾ। ਔਰ ਹੁਣ ਤੱਕ ਜਿਹੜੀਆਂ ਇੰਡੀਆ ਕੁਝ ਇੰਪੋਰਟ ਕਰਦਾ ਚੀਜ਼ਾਂ, ਕੁਝ ਚੀਜ਼ਾਂ ਇੰਡੀਆ ਤੋਂ ਐਕਸਪੋਰਟ ਯੂਕੇ ਨੂੰ ਹੁੰਦੀਆਂ ਵਾ, ਉਹਦੇ 'ਤੇ ਦੋਵੇਂ ਮੁਲਕ ਜਿਹੜੇ ਨੇ ਉਹ ਟੈਕਸ ਲਾਉਣਾ ਚਾਹੁੰਦੇ ਆ, ਟੈਰਿਫ ਲਾਉਣਾ ਚਾਹੁੰਦੇ ਆ, ਕਸਟਮ ਲਾਉਣਾ ਚਾਹੁੰਦੇ ਆ। ਹੁਣ ਉਹ ਉਹਦੇ 'ਤੇ ਕੀ ਸਮਝੌਤਾ ਹੁੰਦਾ ਵਾ, ਇਹ ਬਹੁਤ ਪਚੀਦਾ ਜਿਹਾ ਮਸਲਾ ਵਾ। ਔਰ ਗ੍ਰੇਟ ਬ੍ਰਿਟਨ ਦੀ ਓਬਵੀਅਸਲੀ ਪਹਿਲੀ ਪ੍ਰੈਫਰੈਂਸ ਉਹਨਾਂ ਦੀ ਹੋਊਗੀ ਆਪਣੀ ਆਰਥਿਕ ਸਥਿਤੀ ਸੰਭਾਲਣ ਅਤੇ ਫਿਰ ਫ੍ਰੀ ਟ੍ਰੇਡ ਐਗਰੀਮੈਂਟ ਵੱਲ ਵਧਣ, ਕਿਉਂਕਿ ਸਭ ਤੋਂ ਵੱਡੀ ਚੁਣੌਤੀ ਜਿਹੜੀ ਆ ਉੱਥੋਂ ਦੀ ਆਰਥਿਕ ਹਾਲਤ ਹੀ ਹੈ। ਸੋ ਇਹ ਆਪਾਂ ਗੱਲਬਾਤ ਕਰ ਰਹੇ ਸੀ ਰਿਸ਼ੀ ਸੁਨਕ ਦੀ, ਨਵੇਂ ਪ੍ਰਧਾਨ ਮੰਤਰੀ ਦੀ, ਜੋ ਭਾਰਤੀ ਮੂਲ ਦੇ ਨੇ। ਹੁਣ ਆਪਾਂ ਇਸ ਮਸਲੇ ਤੋਂ ਹਟ ਕੇ ਅਗਲੇ ਇੱਕ ਮਸਲੇ ਦੇ ਉੱਤੇ ਆਉਂਦੇ ਹਾਂ, ਬਹੁਤ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਇਹ ਮਸਲਾ। ਸਾਕਾ 50 ਸਾਲ ਦਾ ਮਤਲਬ ਕੀ ਹੈ? ਇਹ ਦਰਦਨਾਕ ਵਾਕਿਆ ਜਿਹਨੂੰ ਕਰੀਬ 100 ਸਾਲ ਹੋਣ ਜਾ ਰਹੇ ਆ। ਤੁਹਾਡੇ 'ਚੋਂ ਬਹੁਤ ਸਾਰੇ ਸੱਜਣ ਜਿਹੜੇ ਨੇ ਉਹਨਾਂ ਨੇ ਪੰਜਾ ਸਾਹਿਬ ਬਾਰੇ ਤਾਂ ਜ਼ਰੂਰ ਸੁਣਿਆ ਹੋਊਗਾ। ਸ਼ਾਇਦ ਤੁਹਾਡੇ 'ਚੋਂ ਕੁਝ ਲੋਕ ਉੱਥੇ ਗਏ ਵੀ ਹੋਣ। ਇਹ ਪਾਕਿਸਤਾਨ ਦੇ ਵਿੱਚ ਥਾਵਾਂ ਹਸਨ ਅਬਦਾਲ ਜਗ੍ਹਾ ਵਾ ਜਿੱਥੇ ਪੰਜਾ ਸਾਹਿਬ ਦਾ ਬਹੁਤ ਇਤਿਹਾਸਿਕ ਗੁਰਦੁਆਰਾ ਬਣਿਆ ਹੋਇਆ ਵਾ। ਇਹ ਜਗ੍ਹਾ ਜਿਹੜੀ ਆ ਇਹ ਇਸਲਾਮਾਬਾਦ ਤੋਂ ਕਰੀਬ ਘੰਟੇ ਕੁ ਦਾ ਰਸਤਾ ਵਾ। ਜੇ ਤੁਸੀਂ ਲਾਹੌਰ ਤੋਂ ਜਾਣਾ ਹੋਵੇ ਤਾਂ ਆਲਮੋਸਟ 4.5-5 ਘੰਟੇ ਲੱਗ ਜਾਂਦੇ ਜੇ ਮੋਟਰਵੇ ਥਾਣੀ ਤੁਸੀਂ ਜਾਓ, ਅਦਰਵਾਈਜ਼ ਤਾਂ ਜ਼ਿਆਦਾ ਟਾਈਮ ਲੱਗ ਜਾਂਦਾ ਵਾ। ਔਰ ਜੋ ਇਤਿਹਾਸ ਦੇ ਵਿੱਚ ਪੜ੍ਹਿਆ ਵਾ ਉਹਦੇ ਅਕੋਰਡਿੰਗਲੀ 1521 ਦੇ ਕਰੀਬ ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਇਹ ਆਪਣੇ ਸਫ਼ਰ ਦੌਰਾਨ ਹਸਨ ਅਬਦਾਲ ਪਹੁੰਚੇ। ਉੱਥੇ ਇੱਕ ਦਰੱਖਤ ਥੱਲੇ ਜਾਪ ਕਰ ਰਹੇ ਸਨ, ਪਾਠ ਕਰ ਰਹੇ ਸਨ, ਕੀਰਤਨ ਕਰ ਰਹੇ ਸਨ, ਔਰ ਉਹਨਾਂ ਨੂੰ ਤੇਹ ਲੱਗੀ। ਔਰ ਪਾਣੀ ਲੈਣ ਵਾਸਤੇ ਭਾਈ ਮਰਦਾਨਾ ਜਿਹੜੇ ਨੇ ਉਹ ਉੱਥੇ ਨੇੜੇ ਕੋਈ ਸੂਫੀ ਸੰਤ ਸੀਗਾ
ਪੀਰ ਸੀਗਾ ਉਹਦੇ ਕੋਲ ਗਏ, ਸ਼ਾਹ ਵਲੀ ਕੰਧਾਰੀ, ਉਹ ਤੋਂ ਪਾਣੀ ਮੰਗਿਆ ਔਰ ਉਹਨੇ ਬਹੁਤ ਰੂਡਲੀ ਕਿਹਾ ਕਿ ਤੁਹਾਡਾ ਵੱਡਾ ਜਿਹੜਾ ਗੁਰੂ ਹੈ, ਜਿਹੜਾ ਤੁਹਾਡਾ ਜਿਹੜਾ ਵੱਡਾ ਪੀਰ ਆ, ਉਹਨੂੰ ਕਹੋ ਨਾ ਪਾਣੀ ਪੈਦਾ ਕਰੇ। ਸੋ ਉਹਨਾਂ ਨੇ ਪਾਣੀ ਦੇਣ ਤੋਂ ਨਾ ਕਰਤੀ। 2-3 ਵਾਰੀ ਭਾਈ ਮਰਦਾਨਾ ਗਏ ਲੇਕਿਨ ਉਹਨਾਂ ਨੇ ਪਾਣੀ ਦੇਣ ਤੋਂ ਨਾ ਕਰਤੀ ਔਰ ਗੁੱਸੇ 'ਚ ਆ ਕੇ ਸ਼ਾਹ ਵਲੀ ਕੰਧਾਰੀ ਨੇ, ਜੋ ਇਤਿਹਾਸ ਦੱਸਦਾ ਵਾ, ਉਹਨਾਂ ਨੇ ਉੱਥੋਂ ਪੱਥਰ ਸੁੱਟਿਆ ਗੁਰੂ ਸਾਹਿਬ ਦੇ ਵੱਲ। ਗੁਰੂ ਸਾਹਿਬ ਨੇ ਉਸ ਪੱਥਰ ਨੂੰ ਆਪਣੇ ਹੱਥ ਦੇ ਨਾਲ ਉਸ ਚਟਾਨ ਨੂੰ ਰੋਕਿਆ ਔਰ ਜਦੋਂ ਪੱਥਰ ਰੁਕਿਆ ਤਾਂ ਉੱਥੋਂ ਪਾਣੀ ਦਾ ਝਰਨਾ ਨਿਕਲਿਆ। ਮੈਂ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਆ। ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਜਿਸ ਵੇਲੇ ਮੈਂ ਇੰਡੀਆ ਟੂਡੇ ਦੇ ਵਿੱਚ ਰਿਪੋਰਟਿੰਗ ਕਰਦਾ ਸੀ। ਇਸਲਾਮਾਬਾਦ ਤੋਂ ਅਸੀਂ ਕਾਰ ਦੇ ਵਿੱਚ ਉੱਥੇ ਗਏ ਸੀ। ਕਾਫੀ ਵੱਡਾ ਪਿੰਡ ਆ। ਹੁਣ ਤਾਂ ਓਬਵੀਅਸਲੀ ਜ਼ਿਆਦਾ ਉੱਥੇ ਮੁਸਲਮਾਨ ਪਰਿਵਾਰ ਹੀ ਉੱਥੇ ਰਹਿੰਦੇ ਆ, ਪਰ ਬਹੁਤ ਵੱਡਾ ਗੁਰਦੁਆਰਾ ਉੱਥੇ ਬਣਿਆ ਵਾ। ਅੱਜ ਵੀ ਉਹ ਪੱਥਰ ਮੌਜੂਦ ਆ ਜਿੱਥੇ ਦੱਸਦੇ ਆ ਕਿ ਗੁਰੂ ਸਾਹਿਬ ਦਾ ਹੱਥ ਦਾ ਨਿਸ਼ਾਨ ਆ। ਮੈਂ ਉਹਦੇ ਨਾਲ, ਮੈਨੂੰ ਯਾਦ ਹੈ, ਮੈਂ ਫੋਟੋ ਵੀ ਉਹਦੇ ਨਾਲ ਖਿਚਾਈ ਔਰ ਝਰਨਾ ਵੀ ਚੱਲਦਾ ਵਾ। ਮੈਂ ਪੈਂਟ ਉੱਚੀ ਕਰਕੇ ਉਹ ਝਰਨੇ ਦੇ ਵਿੱਚੋਂ ਵੀ ਲੰਘ ਕੇ ਪੱਥਰ ਤੱਕ ਪਹੁੰਚਿਆ ਸੀ। ਲੇਕਿਨ ਸਿਰਫ ਇੱਕ ਦਿੱਕਤ ਜ਼ਰੂਰ ਆਉਂਦੀ ਹੈ ਜੋ ਇਤਿਹਾਸ ਦੇ ਵਿੱਚ ਪੜ੍ਹਿਆ ਵਾ ਕਿ ਨੇੜੇ ਕੋਈ ਪਹਾੜੀ ਨਹੀਂ ਨਜ਼ਰ ਆਉਂਦੀ। ਹੋ ਸਕਦਾ ਵਾ 500-550 ਸਾਲ ਪੁਰਾਣੀ ਗੱਲ ਆ, ਹੋ ਸਕਦਾ ਵਾ ਉਹ ਪਹਾੜੀ ਜਿਹੜੀ ਆ ਉਹਨੂੰ ਕਿਸੇ ਨੇ ਖੇਤੀ ਕਰਨ ਵਾਸਤੇ ਜਾਂ ਉਹਨੂੰ ਲੈਵਲ ਕਰਤਾ ਹੋਵੇ, ਲੇਕਿਨ ਉਹਦੇ ਆਸ-ਪਾਸ ਕੋਈ ਪਹਾੜੀ ਨਜ਼ਰ ਇਸ ਵੇਲੇ ਨਜ਼ਰ ਨਹੀਂ ਆਉਂਦੀ। ਖੈਰ ਉਹ ਵੱਖਰੀ ਗੱਲ ਆ। ਸੋ ਇਹਦੇ ਬਾਰੇ ਤਾਂ ਆਪਾਂ, ਜੋ ਮੈਂ ਦੱਸ ਕੇ ਹਟਿਆ ਤੁਹਾਨੂੰ, ਇਹਦੇ ਬਾਰੇ ਤਾਂ ਤੁਹਾਨੂੰ ਬਹੁਤ ਸਾਰਿਆਂ ਨੂੰ ਪਤਾ ਹੋਊਗਾ। ਲੇਕਿਨ ਸਾਕਾ ਪੰਜਾ ਸਾਹਿਬ ਕੀ ਆ? ਆਪਾਂ ਨਨਕਾਣਾ ਸਾਹਿਬ ਬਾਰੇ ਸੁਣਿਆ ਵਾ, ਜਿਸ ਵੇਲੇ 1920-21 ਦੇ ਵਿੱਚ ਗੁਰਦੁਆਰਾ ਰਿਫਾਰਮ ਲਹਿਰ ਚੱਲੀ ਸੀ। ਉਦੋਂ ਜੈਤੋ ਮੂਵਮੈਂਟ ਦਾ ਮੋਰਚਾ ਚੱਲਿਆ, ਗੁਰੂ ਕਾ ਬਾਗ ਮੋਰਚਾ ਸ਼ੁਰੂ ਹੋਇਆ, ਤਰਨਤਾਰਨ ਤੋਂ ਸਭ ਕੁਝ ਸ਼ੁਰੂ ਹੋਇਆ ਸੀ, ਤਰਨਤਾਰਨ ਗੁਰਦੁਆਰਾ ਸਾਹਿਬ ਤੋਂ। ਲੇਕਿਨ ਸਾਕਾ ਪੰਜਾ ਸਾਹਿਬ ਦਾ ਜਿਹੜਾ ਵਾਕਿਆ ਵਾ, ਇਹਦੇ ਬਾਰੇ ਜ਼ਿਆਦਾ ਜ਼ਿਕਰ ਨਹੀਂ ਆਉਂਦਾ। ਹੋਇਆ ਇਹ ਸੀ ਵੀ 30 ਅਕਤੂਬਰ 1922 ਨੂੰ ਗੁਰੂ ਕਾ ਬਾਗ ਮੋਰਚਾ ਚੱਲ ਰਿਹਾ ਸੀ। ਉੱਥੇ ਕਰੀਬ 300-400 ਜਿਹੜੇ ਸਿੱਖ ਸਨ, ਜਿਹੜੇ ਮੁਜ਼ਾਹਰਾ ਕਰ ਰਹੇ ਸਨ, ਉਹਨਾਂ ਨੂੰ ਕੈਦ ਕੀਤਾ ਗਿਆ ਔਰ ਉਹਨਾਂ ਨੂੰ 2-2.5 ਸਾਲ ਦੀ ਸਜ਼ਾ ਹੋਈ। ਔਰ ਸਜ਼ਾ ਹੋਈ ਕਿ ਉਹ ਸਜ਼ਾ ਵਾਸਤੇ ਉਹਨਾਂ ਨੂੰ ਫੋਰਟ ਅਟਕ ਜਿਹੜਾ ਵਾ ਉੱਥੇ ਲਿਜਾਇਆ ਜਾ ਰਿਹਾ ਸੀ ਗੱਡੀ ਦੇ ਜ਼ਰੀਏ। ਅੰਮ੍ਰਿਤਸਰ ਤੋਂ ਗੱਡੀ ਚੱਲੀ, ਗੁਰੂ ਕਾ ਬਾਗ ਮੋਰਚੇ ਤੋਂ ਇਹਨਾਂ ਨੂੰ ਗੱਡੀ, ਜਿੱਥੇ ਇਹ ਮੁਜ਼ਾਹਰਾ ਕਰ ਰਹੇ ਸੀ, ਇਹਨਾਂ ਨੂੰ ਕੈਦ ਕੀਤਾ ਗਿਆ, ਇਹਨਾਂ ਨੂੰ ਗੱਡੀ 'ਚ ਬਿਠਾਇਆ ਗਿਆ। ਉੱਥੋਂ ਇਹ ਰਾਵਲਪਿੰਡੀ ਗਏ। ਰਾਵਲਪਿੰਡੀ ਤੋਂ ਜਦੋਂ ਪੰਜਾ ਸਾਹਿਬ ਵੱਲ ਨੂੰ ਇਹਨਾਂ ਨੇ ਜਦੋਂ ਪਹੁੰਚਣਾ ਸੀਗਾ, ਜਾਣਾ ਸੀਗਾ, ਅਤੇ ਉਦੋਂ ਪਤਾ ਲੱਗਾ ਅੰਗਰੇਜ਼ਾਂ ਨੂੰ ਕਿ ਹਸਨ ਅਬਦਾਲ ਦੇ ਵਿੱਚ ਕੁਝ ਸਿੱਖ ਇਕੱਠੇ ਹੋ ਕੇ ਉਹ ਗੱਡੀ ਨੂੰ ਰੋਕ ਕੇ ਉੱਥੇ ਲੰਗਰ ਛਕਾਉਣਾ ਚਾਹੁੰਦੇ ਆ ਜਿਹੜੇ ਕੈਦੀ ਲੈ ਕੇ ਜਾ ਰਹੇ ਆ। ਸੋ ਉਹਨਾਂ ਨੇ ਹਦਾਇਤ ਦਿੱਤੀ, ਜਿਹੜਾ ਗੱਡੀ ਦਾ ਡਰਾਈਵਰ ਸੀ, ਵੀ ਤੂੰ ਗੱਡੀ ਰੋਕਣੀ ਨਹੀਂ ਉੱਥੇ, ਔਰ ਗੱਡੀ ਸਿੱਧੀ ਲੈ ਜਾਣੀ ਆ, ਹਸਨ ਅਬਦਾਲ 'ਚ ਗੱਡੀ ਰੋਕਣੀ ਨਹੀਂ। ਜਦੋਂ ਗੱਡੀ 10 ਵਜੇ 30 ਅਕਤੂਬਰ ਨੂੰ ਉੱਥੇ ਪਹੁੰਚੀ ਤਾਂ ਗੱਡੀ ਨੂੰ ਰੋਕਣ ਵਾਸਤੇ ਜਿਹੜੇ ਲੋਕ ਰੋਟੀ ਲੈ ਕੇ ਆਏ ਸੀ, 200-300 ਸਿੱਖ ਸੀਗੇ, ਪਰਿਵਾਰ ਸੀ, ਉਹਨਾਂ ਦੇ ਲੇਡੀਜ਼ ਵੀ ਸੀ, ਉਹ ਗੱਡੀ ਦੇ ਅੱਗੇ ਰੇਲਵੇ ਟਰੈਕ ਦੇ ਉੱਤੇ ਬੈਠ ਕੇ। ਜਿਹੜਾ ਡਰਾਈਵਰ ਸੀ ਉਹਨੇ ਵੇਖਿਆ ਵੀ ਲੋਕੀ ਗੱਡੀ ਦੇ ਟਰੈਕ 'ਚ ਬੈਠੇ, ਉਹਨੇ ਵਿਸਲ ਵਗੈਰਾ ਮਾਰੀ, ਲੇਕਿਨ ਲੋਕੀ ਉੱਠੇ ਨਹੀਂ। ਅਖੀਰ ਉਹ ਘਬਰਾ ਕੇ ਉਹਨੇ ਬ੍ਰੇਕ ਤੇ ਮਾਰਤੀ, ਪਰ ਬਹੁਤ ਲੇਟ ਮਾਰੀ। ਉਹ ਜਿਹੜੇ ਲੋਕੀ ਬੈਠੇ ਹੋਏ ਸੀ ਉਹਨਾਂ ਦੇ ਉੱਤੋਂ ਦੀ ਗੱਡੀ 'ਚ ਉਹਨਾਂ ਦੇ ਉੱਤੇ ਗੱਡੀ ਚੜਾਤੀ। 2 ਸ਼ਖਸ ਜਿਹੜੇ ਨੇ, 2 ਸਿੰਘ ਸੀ, ਕਰਮ ਸਿੰਘ ਤੇ ਪ੍ਰਤਾਪ ਸਿੰਘ, ਉੱਥੇ ਸ਼ਹੀਦ ਹੋ ਗਏ ਔਰ ਬਾਕੀ ਕਰੀਬ 10-12 ਲੋਕ ਜ਼ਖਮੀ ਹੋ ਗਏ। 1.5-2 ਘੰਟੇ ਉੱਥੇ ਗੱਡੀ ਰੁਕੀ ਰਹੀ। ਜਿਹੜਾ ਲੰਗਰ ਲੈ ਕੇ ਆਏ ਸੀ, ਲੰਗਰ ਵੀ ਛਕਾਇਆ ਗਿਆ। ਜਿਹੜੇ 300-400 ਕੈਦੀ ਲਿਜਾਏ ਜਾ ਰਹੇ ਸੀ ਫੋਰਟ ਅਟਕ ਉੱਥੋਂ ਘੰਟਾ ਕੁ ਅੱਗੇ ਆ, ਪਸ਼ਾਵਰ ਵੱਲ ਨੂੰ ਹੈ, ਪੰਜਾਬ ਦੇ ਵਿੱਚ ਹੀ, ਲੇਕਿਨ ਪਸ਼ਾਵਰ ਵੱਲ ਨੂੰ ਘੰਟਾ ਕੁ ਉੱਤੋਂ ਅੱਗੇ ਆ। ਬੜਾ ਪੁਰਾਣਾ ਕਿਲ੍ਹਾ ਵਾ ਇਹ ਜਿਹੜਾ ਮਹਾਰਾਜਾ ਅਕਬਰ ਨੇ ਇਹ ਕਿਲ੍ਹਾ ਫੋਰਟ ਅਟਕ ਜਿਹੜਾ ਵਾ, ਕਿਲ੍ਹਾ ਅਟਕ ਦਾ ਇਹ ਬਣਾਇਆ ਹੋਇਆ ਸੀ। ਸੋ ਇਹ ਹੈ ਸਾਕਾ ਪੰਜਾ ਸਾਹਿਬ। ਅੱਜ ਵੀ ਇਹਨੂੰ ਅਸੀਂ ਬਹੁਤ ਇਸ ਦਿਨ ਨੂੰ ਯਾਦ ਕਰਦੇ ਹਾਂ। ਔਰ ਪਾਰਟੀਸ਼ਨ ਤੋਂ ਪਹਿਲਾਂ ਇੱਥੇ 3 ਦਿਨ ਦਾ ਇੱਕ ਧਾਰਮਿਕ ਮੇਲਾ ਲੱਗਦਾ ਹੁੰਦਾ ਸੀ। ਹੁਣ ਅੱਜ ਕੱਲ੍ਹ ਤਾਂ ਸ਼ਾਇਦ ਉਹ ਮੇਲਾ ਨਹੀਂ ਲੱਗਦਾ, ਲੇਕਿਨ ਇਹ ਮੇਲਾ ਕਈ ਸਾਲ ਜਿਹੜਾ ਵਾ ਪਾਰਟੀਸ਼ਨ ਤੋਂ ਪਹਿਲਾਂ ਲਗਾਤਾਰ ਲੱਗਦਾ ਰਿਹਾ ਵਾ। ਸੋ ਇਸ ਪੰਜਾ ਸਾਹਿਬ ਦੀਆਂ ਜਿਹੜੀਆਂ ਨੂੰ ਇਸ ਦਿਨ ਨੂੰ ਯਾਦ ਕਰਨ ਦੀਆਂ ਜਿਹੜੀਆਂ ਅੱਜ ਕੱਲ੍ਹ ਤਿਆਰੀਆਂ ਵਾ ਉਹ ਚੱਲ ਰਹੀਆਂ ਵਾ। ਹੁਣ ਆਪਾਂ 2 ਮਿੰਟ ਰਹਿ ਗਏ, ਲਾਸਟ ਮਸਲੇ 'ਤੇ ਆਉਂਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਕਾ ਪੰਜਾ ਸਾਹਿਬ ਨੂੰ ਕਿਵੇਂ ਯਾਦ ਕਰਨ ਜਾ ਰਹੀ ਹੈ?
26 ਤੇ 27 ਅਕਤੂਬਰ ਨੂੰ ਦੀਵਾਨ ਹਾਲ ਮੰਜੀ ਸਾਹਿਬ ਦੇ ਵਿੱਚ ਗੁਰਬਾਣੀ ਕੀਰਤਨ ਪੁਰਾਣੇ ਸਾਜ਼ਾਂ ਦੇ ਨਾਲ ਕੀਤਾ ਜਾਊਗਾ ਔਰ ਉੱਥੇ ਜਿਹੜੇ ਕਥਾਵਾਚਕ ਨੇ, ਜਿਹੜੇ ਢਾਡੀ ਜੱਥੇ ਨੇ, ਕਵੀਸ਼ਰ ਨੇ, ਉਹ ਵੀ ਉੱਥੇ ਹਾਜ਼ਰੀ ਭਰਨਗੇ ਔਰ ਗੁਰੂ ਸਾਹਿਬ ਦੇ ਜਿਹੜੇ ਪੁਰਾਣੇ ਸ਼ਸਤਰ ਨੇ ਉਹਨਾਂ ਨੂੰ ਵੀ ਲੋਕਾਂ ਵਾਸਤੇ ਡਿਸਪਲੇ ਕੀਤਾ ਜਾਊਗਾ। ਲੇਕਿਨ ਕਿਉਂਕਿ ਇਸ ਸਾਖਾ ਪੰਜਾ ਸਾਹਿਬ ਨੂੰ 100 ਸਾਲ ਹੋ ਗਏ ਆ ਜਾਂ ਹੋਣ ਜਾ ਰਹੇ ਆ, ਇਸ ਕਰਕੇ ਇੱਕ ਜੱਥਾ ਜਿਹੜਾ ਵਾ ਇਹ ਪੰਜਾ ਸਾਹਿਬ ਭੇਜਣ ਦੀ ਤਿਆਰੀ ਆ। SGPC ਨੇ ਇਹਨਾਂ ਲੋਕਾਂ ਵਾਸਤੇ ਜਿਹੜਾ ਜੱਥਾ ਜਾਣਾ ਵਾ ਉਹਨਾਂ ਵਾਸਤੇ ਵੀਜ਼ੇ ਦੀ ਲਈ ਅਪਲਾਈ ਕੀਤਾ ਹੋਇਆ। ਸ਼ਾਇਦ ਹਾਲੇ ਵੀਜ਼ਾ ਆਇਆ ਨਹੀਂ, ਪਰ ਆਸ ਹੈ ਵੀ ਇੱਕ ਅੱਧੇ ਦਿਨ ਦੇ ਵਿੱਚ ਵੀਜ਼ਾ ਆ ਜਾਊਗਾ ਔਰ ਇਹ ਜੱਥਾ ਪੰਜਾ ਸਾਹਿਬ ਦੀਆਂ ਇਸ ਦਿਨ ਨੂੰ ਜਿਹੜੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਜਿਹੜਾ ਉੱਥੇ ਜਾਣਾ ਵਾ, ਇਸ ਘਟਨਾ ਨੂੰ ਯਾਦ ਕਰਨ ਵਾਸਤੇ, ਉਹ ਉੱਥੇ ਜਾ ਸਕਣਗੇ। ਸੋ ਇਹ ਸੀ ਪੂਰੀ ਕਹਾਣੀ ਸਾਕਾ ਪੰਜਾ ਸਾਹਿਬ ਦੀ। ਸੋ ਅੱਜ ਵਾਸਤੇ ਹੁਣ ਇੰਨਾ ਹੀ, ਤੇ ਮੈਨੂੰ ਦਿਓ ਹੁਣ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ Hello. ਹੈਲੋ Hello. ਬਾਹਰ ਵਸਦੇ ਪੰਜਾਬੀਆਂ ਨੂੰ ਆਪਣਿਆਂ ਨਾਲ ਜੋੜਨ ਲਈ, ਵਤਨੋਂ ਪਾਰ ਵਸਦਿਆਂ ਨੂੰ ਆਪਣੀ ਮਿੱਟੀ ਦੀ ਝਲਕ ਦੇਣ ਲਈ, ਖਬਰ ਹੀ ਨਹੀਂ ਉਸ ਦੀ ਤਹਿ ਤੱਕ ਜਾ ਕੇ ਸੱਚਾਈ ਤੁਹਾਡੇ ਤੱਕ ਪਹੁੰਚਾਉਣ ਲਈ, ਤੁਹਾਡੀ ਆਵਾਜ਼ ਤੁਹਾਡੇ ਮੁੱਦਿਆਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਮੁੜ ਤੁਹਾਡੇ ਰੂਬਰੂ ਹੋਣ ਜਾ ਰਿਹਾ ਹੈ ਤੁਹਾਡਾ ਆਪਣਾ ਹੋਸਟ ਉੱਗੇ ਪੱਤਰਕਾਰ ਕੰਵਰ ਸੰਧੂ। ਇਹ ਸ਼ੋਅ ਇਸ ਵੇਲੇ ਲਾਈਵ ਟੈਲੀਕਾਸਟ ਹੈ। ਇੱਕ ਵਾਰ ਫੇਰ ਤੋਂ ਪੇਸ਼ ਕਰ ਰਹੇ ਹਨ। ਸਤਿ ਸ਼੍ਰੀ ਅਕਾਲ, ਮੈਂ ਹਾਂ ਕੰਵਰ ਸੰਧੂ। ਕਿਉਂਕਿ ਇਹ ਕਾਲ-ਇਨ ਸ਼ੋਅ ਆ, ਤੁਸੀਂ ਵੀ ਇਹਦੇ 'ਚ ਹਿੱਸਾ ਲੈ ਸਕਦੇ ਜੇ। ਹੈਲੋ ਗਲੋਬਲ ਪੰਜਾਬ। ਸਮਾਜ ਦੀ ਹਰ ਖਬਰ ਤੇ ਨਜ਼ਰ ਹੀ ਨਹੀਂ, ਡੂੰਘਾਈ ਨਾਲ ਪੜਚੋਲ ਦਾ ਓਵਰਵਿਊ ਕਮਰ ਸੰਧੂ ਦੇ ਨਾਲ।